पिछले कुछ दिनों से हो रही बारिश ने लोगों का जीना मुहाल कर दिया है। कई जगहों पर बारिश के कारण कुछ लोगों के मकान गिर जाने की घटनाएं भी सामने आ रही हैं। इसी तरह फाजिल्का के सीमावर्ती गांव झंगड़ में एक गरीब मजदूर परिवार का मकान ढह गया। इससे उनके मकान अंदर पड़े कीमती सामान को भारी नुकसान पहुंचा। घर में रहने वाली महिला के पति की कुछ समय पहले मौत हो गई थी, जिसके बाद वह अपने बेटों के साथ अपने जर्जर मकान में रह रही थी, जो अब बारिश के कारण गिर गया है। उन्होंने सरकार से अपना पक्का मकान बनाने के लिए उन्हें कुछ आर्थिक मदद देने की मांग की है। ने मेरी होगी मेंबर सरपंच आंदे ने साडे ना कोई मकान नहीं कोई साडी प्लाच नहीं साडे मकान होन पे ने डिग साडे बच्चे असी कढ़ गते ने कोई थल्ले आवन लगे ने कोई बोवे विच डिग पे असी बड़े दुखी ने साडी किसे नहीं सुनी किसे सुनी होवे मेंबर सरपंच ने आज मेरे बच्चे मर जाने तो मैं खाऊंगी किसे डिगन दी हालत जगह बड़े चिरां दे कदे वोटे लावीदा कदे असी कोशिश करीदा कदे इट्टा थल्ले मिट्टियां सट्टीदा नप्पीदा कोई साडी हल नहीं कीता कि किसे तो असी ਇਹਦੇ ਚ दो मां पुत्र गए ਹੁਣ ਬਾਹਰ ਇੱਥੇ ਰਵਾਂਗੇ ਜਿੱਥੇ ਆ ਕਾਗਜ਼ ਪਾਈ ਬੈਠੇ ਹੋ ਕਿੱਥੇ ਰਹਿਣਾ ਮੰਗ ਅਸੀਂ ਕਰੇ ਵੀ ਸਾਡੇ ਮਕਾਨ ਸਾਨੂੰ ਮਿਲਣੇ ਚਾਹੀਦੇ ਨੇ ਕੋਈ ਸਾਡੀ ਪਹਿਲੀ ਨਹੀਂ ਕੋਈ ਡੱਠਾ ਨਹੀਂ ਕੋਈ ਸਾਡੀ ਕੁਛ ਨਹੀਂ ਤਿਆੜੀਆਂ ਨਾਲ ਸਾਥ ਨਹੀਂ ਕੀਤੇ ਜਾਂਦੇ ਮਿਹਨਤ ਮਜ਼ਦੂਰੀ ਕਰੀਦਾ पैसे भी बड़े दे चुके हैं कोई कहता से असी किसी ने 2000 दिता किसी ने 3 दिता किसी को 500 लै जाता कोई 2000 लै जाता असी वीडियो तक असी पैसे भर चुके हैं साढ़ा ना नहीं आया मकान क्यों दिते क्यों ने तुसी पैसे वो सानू कहते लिखण आंदे थानू पैसे इन्ने दो तुहाडा मकान आवेगा तुहाडा मकान आवेगा असी दे देंदे से कमले हुंदे से दिहाड़ी दप्पा करदे से दे देंदे से दसदे नहीं असी कित्थों आए हैं ते क्यों पैसे ले रहे फाइल का ना लै जांदे से फाइल का जे सानू वीडियो दफ्तर भेजा ने मकान लिख जांदे से 2000 रुपया लगे ते कदे 2500 लगे सी एक एक बारी 2500 दिता है फिर एक बार 2000 दिता है एक 3-3000 दिता है नाम पता कुछ पता सानू नहीं ना दस गए सानू ना नहीं ना दस असी फिर नहीं मिलदा कोई आया ना असी फिर मैं आप विधवा जनानी मैं किथे जा सकनी बड़े पिंडां च लै गए जिन्ना जिद्दां कच्चे मकान ने सारे कोई लै गए ने ਸਾਡੇ ਸਾਰੇ ਸ਼ੁਰੂ ਤੋਂ ਮਕਾਨ ਕੱਚੇ ਹੈਗੇ ਸੀ ਤੇ ਅੱਜ ਬਾਰਿਸ਼ ਜਿਹੜੀ ਪਈ ਕੱਲ ਦੀ ਪੈਣ ਲੱਗੀ ਨਾ ਇਹਦੇ ਕਾਰਨ ਸਾਡਾ ਉਹ ਮਕਾਨ ਇੱਕ ਡਿੱਗ ਪਿਆ ਤੇ ਦੂਜੇ ਜੇ ਨਾਲ ਲਗਾ ਉਹ ਵੀ ਡਿੱਗਣ ਦੀ ਤਿਆਰੀ ਸੀਗੇ ਨੇ ਪੂਰੇ ਸਾਰੇ ਖਰੇ ਪਏ ਨੇ ਸਾਡੇ ਟੋਟਲ 3 ਮਕਾਨ ਹੈਗੇ ਨੇ 3 ਹੀ ਕੱਚੇ ਹੈਗੇ ਨੇ ਇੱਕ ਮੇਰੀ ਮੰਮੀ ਦਾ ਹੈ ਇੱਕ ਮੇਰਾ ਹੈ ਇੱਕ ਮੇਰੇ ਛੋਟੇ ਬ੍ਰਦਰ ਦਾ ਹੈ ਤੁਸੀਂ ਆ ਵੇਖ ਸਕਦੇ ਆਸੇ ਪਾਸੇ ਇਹਨਾਂ ਦੀ ਕੀ ਹਾਲਤ ਹੋਈ ਪਈ ਹੈ 2011 ਸਾਲ ਦੀ ਜਿਹੜੀ ਲਿਸਟ ਵਿੱਚ ਸਾਡਾ ਨਾਮ ਹੈਗਾ ਸੀ ਮੇਰੇ ਇਕੱਲੇ ਦਾ ਨਾਮ ਹੈਗਾ ਸੀ ਕੁਲਵਿੰਦਰ ਸਿੰਘ ਸਾਨੋ ਸ਼੍ਰੀ ਦਿਆਲ ਸਿੰਘ ਦਾ ਨਾਮ ਤੇ ਉਹ ਸਾਨੂੰ ਹਾਲੇ ਤੱਕ ਨਹੀਂ ਮਿਲਿਆ ਕਹਿੰਦੇ ਬਸ ਲਿਸਟ ਨਾ ਹੈਗਾ ਬਸ ਅੱਜ ਆ ਜਾਣਗੇ ਕੱਲ ਆ ਜਾਣਗੇ ਬਸ ਇਸੇ ਤਰ੍ਹਾਂ ਹੀ ਜਦੋਂ ਵੀ ਅਸੀਂ ਜਾਂਦੇ ਆ ਸਰਪੰਚ ਕੋਲ ਜਾਂ ਕਿਸੇ ਮੈਂਬਰ ਕੋਲ ਜਾਂਦੇ ਆ ਨਾ ਉਹ ਕਹਿੰਦੇ ਨੇ ਬਸ ਸਰਕਾਰ ਮਕਾਨ ਪਾਉਣ ਵਾਲੀ ਅਸੀਂ ਦਵਾ ਦੇਣਾ ਦੋਨੋਂ ਅਫਸਰ ਕੋਲ ਡੀਸੀ ਸਾਹਿਬ ਕੋਲ 2 ਵਾਰੀ ਗਿਆ ਸੀ ਪਰ ਸਾਡੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ ਇਸ ਤੋਂ ਬਗੈਰ ਮੈਂ ਸੈਕਟਰੀ ਹੈਗਾ ਸੀ ਸੰਤੋਖ ਸਿੰਘ ਉਹਦੇ ਕੋਲ ਮੈਂ ਗਿਆ ਸੀ ਤੇ ਉਹਨੇ ਮੈਨੂੰ ਫਸਟ ਸਮਝਾਇਆ ਸੀ ਹਾਂ ਤੁਹਾਡਾ ਮਕਾਨ ਤੁਹਾਡਾ ਪਾ ਦਾਂਗੇ ਅਸੀਂ ਜਾਵਾਂਗੇ ਸਰਵਾ ਕਰਾਂਗੇ ਉਹਨਾਂ ਨੇ ਬਾਅਦ ਚ ਬੰਦੇ ਨਹੀਂ ਭੇਜੇ ਕੁਛ ਨਹੀਂ ਭੇਜਿਆ ਕੋਈ ਸਰਵਾ ਨਹੀਂ ਹੋਇਆ ਕੋਈ ਕੁਛ ਨਹੀਂ ਹੋਇਆ ਇਹ ਜੀ ਪਤਾ ਨਹੀਂ ਸਾਨੂੰ ਵੀ ਕਿਹਨਾਂ ਨੇ ਕਟਾਇਆ ਜਾਂ ਕਿਵੇਂ ਕੱਟਿਆ ਗਿਆ ਸਾਡੇ ਪਿੰਡ ਵਿੱਚ 6 ਮਕਾਨ ਇਸ ਟਾਈਮ ਆ ਚੁੱਕੇ ਨੇ ਜਿੰਦੇ ਵਿੱਚ ਸਾਡਾ ਨਾਮ ਨਹੀਂ ਹੈਗਾ ਤੇ ਸਾਡੇ ਮੌਜੂਦਾ ਕੱਚੇ ਖੜੇ ਨੇ ਵਾਈਫ ਤੇ ਮੇਰੀ ਮੰਮੀ ਅੰਦਰ ਹੈਗੇ ਸੀ ਅਸੀਂ ਸਮਾਨ ਕੱਢਣ ਲੱਗੇ ਸੀ ਵੀ ਚੱਲ ਮੰਜੇ ਬਾਹਰ ਕੱਢ ਲਈਏ ਉਹਨੇ ਚੱਕਰ ਨੂੰ ਉੱਥੋਂ ਡਿੱਗ ਪਿਆ ਤੇ ਭੱਜ ਤੇ ਬਾਹਰ ਆ ਗਈਆਂ ਨੇ ਬਿਲਕੁਲ ਜਾਨੀ ਨੁਕਸਾਨ ਹੋ ਸਕਦਾ ਸੀ ਅਗਰ ਇਹ ਬਾਹਰ ਭੱਜ ਕੇ ਬਾਹਰ ਨਾ ਨਿਕਲਦੀਆਂ ਮੇਰੀ ਮੰਮੀ ਮੇਰੇ ਘਰਦਿਆਂ ਨੂੰ ਫੜ ਕੇ ਬਾਹਰ ਨਾ ਕੱਢਦੀ ਤੇ ਜਾਨੀ ਨੁਕਸਾਨ ਹੋ ਸਕਦਾ ਸੀ ਅੰਦਰ ਜਿੰਨਾ ਵੀ ਸਮਾਨ ਹੈਗਾ ਸੀ ਪੇਟੀ ਸੀਗੀ ਇੱਕ ਮੰਜੇ ਸੀਗੇ ਭਾਂਡੇ ਸੀਗੇ ਸਭ ਟੁੱਟ ਗਏ ਨੇ ਸਭ ਖਰਾਬ ਹੋ ਗਏ ਉਹ ਵੀ ਡਿੱਗਣ ਵਾਲਾ ਹੁਣ ਬਸ ਥੋੜੀ ਦੇਰ ਤੱਕ ਉਹ ਵੀ ਤੁਸੀਂ ਵੇਖ ਲਿਆ ਤੁਹਾਨੂੰ ਵੀ ਉਹ ਵੀ ਡਿੱਗ ਪਏਗਾ ਸਾਰਾ ਉਹ ਵੀ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਸਾਨੂੰ ਕੋਈ ਮਕਾਨ ਦੀ ਮੁਹੱਈਆ ਕਰਵਾਇਆ ਜਾਵੇ ਤਾਂ ਬੜੀ ਮਿਹਰਬਾਨੀ ਹੋਵੇਗੀ ਉਹਨਾਂ ਕੋਲ 2500 ਰੁਪਈਆ ਵੀ ਦਿੱਤਾ ਸੀ ਕਹਿੰਦੇ ਸਾਨੂੰ 2500 ਰੁਪਈਆ ਦਿਓ ਤੇ ਤੁਹਾਡਾ ਮਕਾਨ ਅਸੀਂ ਪਵਾ ਦੇਵਾਂਗੇ ਸਰਕਾਰੀ ਅਸੀਂ ਚਲੋ ਠੀਕ ਸਾਨੂੰ 2500 ਚ ਮਕਾਨ ਮਿਲ ਜਾਵੇ ਉਸ ਕੀ ਹੋਰ ਕੀ ਚਾਹੀਦਾ ਉਹ 2500 ਰੁਪਈਆ ਵੀ ਲੈ ਗਏ ਸਾਨੂੰ ਉਹਨਾਂ ਨੇ ਮਕਾਨ ਵੀ ਨਹੀਂ ਦਿੱਤਾ ਹਾਂਜੀ ਮਕਾਨ ਦੇਣ ਵਾਸਤੇ ਲੈ ਗਏ ਸਰਕਾਰੀ ਮਕਾਨ ਤੁਹਾਡਾ ਨਾਂ ਪਾਵਾਂਗੇ ਉਹ ਨਰੇਗਾ ਦੇ ਤਹਿਤ ਜਿਹੜੇ ਸੈਕਟਰੀ ਹੈਗੇ ਸੀ ਨਾ ਉਹ ਆਏ ਸੀ ਕਹਿੰਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇਸ ਗੱਲ ਨੂੰ ਲਗਭਗ 1.5-2 ਸਾਲ ਹੋ ਗਏ ਹੋਰ ਕਿਸ ਕਾਫੀ ਪਿੰਡ ਚ ਕਾਫੀ ਲੋਕਾਂ ਕੋਲ ਪੈਸੇ ਲੈ ਕੇ ਗਏ ਸੀ ਉਹ ਕਿਸੇ ਦਾ ਮਕਾਨ ਨਹੀਂ ਆਇਆ ਸਿਰਫ ਲਿਸਟ ਵਿੱਚ ਨਾ ਆਉਂਦੇ ਨੇ ਹਰ ਸਾਲ ਅਸੀਂ ਸੋਚਿਆ ਵੀ ਸ਼ਾਇਦ ਸੱਚ ਬੋਲ ਰਹੇ ਨੇ ਸ਼ਾਇਦ ਕੋਈ ਸਿਕਿਉਰਿਟੀ ਜਮ੍ਹਾਂ ਕਰਾਉਣੀ ਹੈ ਅਸੀਂ ਤਾਂ ਯਾਰ ਅਨਪੜ੍ਹ ਹੈਗੇ ਲੋਕ ਹੈਗੇ ਸਾਨੂੰ ਕੀ ਪਤਾ ਸੀ ਵੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਅਸੀਂ ਸਿਰਫ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਨੂੰ ਸਾਡਾ ਮਕਾਨ ਮੁਹੱਈਆ ਕਰਵਾਇਆ ਜਾਂਦਾ ये मेरे माता जी ने विधवा ने मेरे डैडी एक्सपायर हो चुके हैं। इसी तरह उसी गांव की एक अन्य महिला अपने पति की मौत के बाद भूसे से बने जर्जर मिट्टी के मकान में रहने को मजबूर है। यह मकान भी धराशायी हो रहा है, जिससे इसकी स्थिति काफी दयनीय बनी हुई है। इतना ही नहीं,
उनके नाम भी प्रधानमंत्री आवास योजना में मौजूद हैं, लेकिन आज तक उन्हें घर बनाने के लिए कोई पैसा नहीं दिया गया और न ही कोई अधिकारी उनकी कोई सार लेने आया है। इस बारे में परमजीत कौर ने कहा कि प्रधानमंत्री आवास योजना की सूची में उनका नाम भी शामिल है। उन्होंने सरकार से उनके पक्के मकान के निर्माण के लिए जल्द से जल्द वित्तीय सहायता प्रदान करने की मांग की है। मेरा मकान डिग गया पे आया वे लिस्ट च भी सानू आज तक मिलया नहीं। अजे ये भी किसले भी डिग सकदा हुण कच्चे मकान च रहिंदे पे सारी सीवी लगी पई है खाजे पे मकान एक तो जमा ही डिग्या पिया है दूसरा है उनके विच रहने वो भी डिगण वाला है। बस ये नाम साडा बड़े चिर काफी चिर दा आया 2017 तो ਤੇ ਹੁਣ ਚੱਲ ਰਿਹਾ ਜੇ ਕੱਟਿਆ ਗਿਆ ਨਾਮ? ਚੱਲਦਾ ਪਿਆ ਹੈ ਅਜੇ ਨਹੀਂ ਦਿੱਤਾ ਨੇ ਮਕਾਨ ਸਾਨੂੰ ਕਹਿੰਦੇ ਨੇ ਚੁਕਾ ਦੇਵਾਂਗੇ ਦੁਆ ਦੇਣੇ ਚੁਕਾ ਦੇਣੇ। ਇਸ ਬਾਰੇ ਅਸੀਂ ਮਿਲੇ ਸੀ ਪੰਚਾਇਤ ਨੂੰ ਪੰਚਾਇਤ ਕਹਿੰਦੀ ਆਂਦਾ ਹੈ ਚੁਕਾ ਦੇਣੇ ਅਸੀਂ ਇਹ ਮਿਹਨਤ ਕਰਨੇ ਆ। ਤੁਹਾਨੂੰ ਤੁਹਾਡੇ ਮਕਾਨ ਦੀ ਆਈਡੀ ਪਤਾ ਹੈ? 1092 ਕੀ ਮੰਗ ਕਰਦੇ ਹੋ ਤੁਸੀਂ ਹੁਣ? ਅਸੀਂ ਮਕਾਨ ਲੈਣਾ ਚਾਹਨੇ ਜਿਹੜਾ ਸਾਡਾ ਆਇਆ ਪਿਆ ਸਾਨੂੰ ਮਿਲ ਜਾਵੇ। इसी तरह गांव राम सिंह भैनी में एक गरीब परिवार का मिट्टी का मकान ढह गया। मकान मालिक जोगिंदर सिंह ने बताया कि पिछले कुछ दिनों में बारिश के कारण उनका एक कच्चा मकान गिर गया। उसने अपना सामान घर से बाहर निकाल लिया था क्योंकि वह पहले से ही जीर्णशीर्ण स्थिति में था, जिससे उन्हें ज्यादा नुकसान नहीं हुआ। बारिश ਦੇ ਵਿੱਚ ਸਮਾਨ ਕੱਢਿਆ ਹੈ ਸਮਾਨ ਕੱਢ ਲੱਕੜ ਦੇ ਸਾਰੇ ਮਕਾਨ ਡਿੱਗ ਪਿਆ ਹੈ। ਹੁਣ ਕੀ ਕਰੀਏ ਹੁਣ ਸਮਾਨ ਤਾਂ ਕੁਝ ਬਚਾ ਕੇ ਤਾਂ ਕੁਝ ਵਿੱਚ ਆ ਪਿਆ ਜੀ ਇੱਟਾਂ ਦੇ ਵਿੱਚ ਹੁਣ ਇੱਟਾਂ ਚੱਕਾਂ ਦੇ ਵਿੱਚੋਂ ਸਮਾਨ ਕੱਢਾਂ ਦੇ ਜੀ ਨੁਕਸਾਨ ਕੁਝ ਹੋ ਗਿਆ ਹੈ ਕੁਝ ਹੋ ਵੀ ਗਿਆ ਹੈ ਥੱਲੇ ਆ ਗਿਆ ਕੁਝ ਕੱਢਾ ਡਿੰਗਾ ਸਿੱਧਾ ਕਰਤੇ ਬਚ ਗਿਆ ਬਾਕੀ ਆ ਬਚ ਗਿਆ ਤੇ ਸਮਾਨ ਮਾੜਾ ਮੋਟਾ ਕੋ ਟੁੱਟ ਭੱਜ ਗਿਆ ਕਾਂ ਇੱਕ ਨਾਲ ਕੱਚਾ ਹੀ ਖੜਾ ਇਹ ਵੀ ਡਿੱਗਾ ਤਰੀਤਾ ਖੜਾ ਜ਼ਰੂਰ ਕੁਝ ਵੀ ਕੋਈ ਸਰਕਾਰੀ ਨਹੀਂ ਆਇਆ ਲਿਖਤ ਆਂਦੇ ਨੂੰ ਆ ਜਾਣ ਆਇਆ ਤਾਂ ਹੈ ਕੋਈ ਨਹੀਂ ਮਕਾਨ ਮੇਰੇ ਸਰਕਾਰ ਦੇਵੇ। ऐसे ही गांव नवा हस्ता में एक गरीब परिवार के कच्चे मकान की हालत काफी जर्जर बनी हुई है। इस बारे में बताया कि वे लोग बहुत गरीब हैं और मेहनत मजदूरी करके वे अपने परिवार का गुजारा करते हैं। वे अपने लिए पक्का मकान बनवाने में असमर्थ हैं, जिस कारण वे अपने गिरने की कगार पर खड़े कच्चे मकान में रहने को मजबूर हैं। समस्या यही है कि सरकार को ਅਸੀਂ ਮੰਗ ਕਰਦੇ ਹਾਂ ਕਿ ਲਗਭਗ 10 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਕੱਚੇ ਮਕਾਨ ਵਿੱਚ ਜੋ ਇਸ ਟਾਈਮ ਖਤਰੇ ਵਿੱਚ ਬਿਲਕੁਲ ਡਿੱਗਣ ਦੇ ਲਾਇਕ ਦਾ ਹੈ। ਅਸੀਂ ਸਾਨੂੰ ਆਂਢ ਗੁਆਂਢ ਦੇ ਘਰਾਂ ਵਿੱਚ ਰਹਿਣਾ ਪੈਂਦਾ ਹੈ ਕਿਉਂਕਿ ਛੱਤਾਂ ਚੌਣ ਲੱਗ ਪੈਂਦੀਆਂ ਹਨ। ਬਹੁਤ ਵਾਰੀ ਫਾਰਮ ਭਰੇ ਹਨ ਜਿੱਥੇ ਵੀ ਕੋਈ ਸਰਕਾਰੀ ਕੈਂਪ ਲੱਗਦਾ ਸੀ ਹਰੇਕ ਥਾਂ ਤੇ ਭਰੇ ਹਨ ਪਰ ਸਰਕਾਰ ਨੇ ਸਾਡੀ ਕੋਈ ਮੰਗ ਨਹੀਂ ਸੁਣੀ ਨਾ ਕੋਈ ਮਦਦ ਕੀਤੀ ਹੈ। ਅਜੇ ਤੱਕ ਕੋਈ ਮੌਕਾ ਵੇਖਣ ਨਹੀਂ ਆਇਆ। ਸਾਡਾ ਰਾਸ਼ਨ ਕਢਾਈ ਤਾਂ ਕੋਈ ਨਹੀਂ ਬਣ ਸਕਿਆ। ਅਸੀਂ ਬਹੁਤ ਵਾਰ ਕਰ ਚੁੱਕੇ ਹਾਂ ਬਾਕੀ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਕੋਈ ਸਾਡੀ ਸਰਕਾਰ ਮੰਗ ਨਹੀਂ ਸੁਣ ਰਹੀ। ਵਾਰੀ ਤਾਂ ਹਰੇਕ ਰਾਜਨੀਤੀ ਵੇਲੇ ਤਾਂ ਵੋਟਾਂ ਮੰਗਣ ਆ ਜਾਂਦੇ ਨੇ ਪਰ ਜਦੋਂ ਵੋਟਾਂ ਲੈ ਕੇ ਬਾਅਦ ਵਿੱਚ ਲਾਰਾ ਲਾ ਜਾਂਦੇ ਨੇ ਕਿ ਮਕਾਨ ਪੱਕਾ ਬਣਾਵਾਂਗੇ ਅਜੇ ਤੱਕ ਸਾਡਾ ਕੋਈ ਮਕਾਨ ਨਹੀਂ ਬਣਿਆ। ਤੁਸੀਂ ਸਰਕਾਰ ਤੋਂ ਹੁਣ ਕੀ ਮੰਗ ਕਰਦੇ ਹੋ? ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡਾ ਮਕਾਨ ਕੱਚੇ ਨੂੰ ਪੱਕੇ ਹੀ ਬਦਲਾ ਜਾਵੇ ਕਿਉਂਕਿ ਪਰਿਵਾਰ ਸਾਡੇ ਦਾ ਕੋਈ ਨੁਕਸਾਨ ਨਾ ਹੋ ਸਕੇ। ਬਸ ਇਹੀ ਮਦਦ ਲੈਣਾ ਚਾਹੁੰਦੇ ਹਾਂ।